वाहिगुरू जी का खालसा वाहिगुरू जी की फतेह। फतेह। सब तो पहला तो भाई साहब का बहुत ही वैलकम, एडी दूरों चल के आए थैंक यू। तो बड़े सुचज्जे ढंग नाल इन्होंने सानू समझाउण की कोशिश की। दो सवाल मैं तुहाडे तो पुछने ने, पर मैं थोड़ी जी जिहड़ी तुहाडी डिस्कशन हो रही सी उहदे च थोड़ा जिहा ऐड करना चाहुंदा। जिस तरह इत्थे काफ़ी साइंस पढ़े हुए मतलब साडे ग्रैजुएट बैठे ने, साइंस दे विच नवीआं नवीआं डिवैलपमैंट्स हुंदियां ने। समय समय ते रिसर्चर ने भी अपनी खोज करके पेपर पबलिश कीते ने। ਉਹੀ मैं समझदा इस तरह ही भी ਜਿਹੜਾ प्रोफैसर ਸਾਹਿਬ ਸਿੰਘ ने एक गुरबाणी की व्याख्या की बहुत समा पहला, उदों पहला मेरा ख्याल है कोई है ही नहीं सी। ਉਹਦੇ ਤੋਂ ਬਾਅਦ काफ़ी ਜਿਹੜੇ सिख ਸਕॉलਰਸ ने ਉਹਨੂੰ समझ के ਅੱਗੇ ਹੋਰ ਉਹ ਤੋਂ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ। मेरा ख्याल है ਇਹਦੇ 'ਚ ਕੋਈ किंतु परंतु नहीं हैगा। ਇਹ ਤਾਂ ਅਸੀਂ ਸਮਝਣਾ ਵੀ ਅਸੀਂ ਜਿਵੇਂ ਭਾਈ ਸਾਹਿਬ ਨੇ ਸਮਝਾ ਰਹੇ ਸੀ ਵੀ ਤੁਸੀਂ ਹੁਣ 50% 'ਤੇ ਬੈਠੇ ਰਹਿਣਾ ਹੈ ਕਿ 70% 'ਤੇ। ਸਾਡੇ ਆਮ ਡਿਸਕਸ਼ਨ ਹੁੰਦੀ ਹੈ। ਮੈਂ ਪਰਸਨਲੀ ਮਤਲਬ ਜਿਹੜੇ ਸੰਤ ਸਮਾਜ ਆ ਜਾਂ ਬਾਬਿਆਂ ਨੂੰ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦਾ, ਕਾਫੀ ਸਾਡੇ 'ਚ ਹੁੰਦੀ ਹੈ ਕੰਟਰੋਵਰਸੀ। ਉਹ ਵੀ ਜਿਹੜੇ ਲੈਵਲ 'ਤੇ ਜਿਹੜੇ ਪਿੰਡਾਂ 'ਚ ਬੈਠੇ ਲੋਕ ਨੇ ਉਹਨਾਂ ਨੂੰ ਸਮਝਾਉਂਦੇ ਨੇ। ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ ਵੀ ਉਹਨਾਂ ਟਾਈਮ ਤੁਸੀਂ ਜਾ ਕੇ ਡਿਵੋਟ ਕਰ ਦਿਓ, ਪਰ ਅੱਗੋਂ ਤਾਂ ਉਹ ਇੰਡੀਵਿਜੂਅਲ 'ਤੇ ਡਿਪੈਂਡ ਕਰਦਾ ਵੀ ਉਹ ਜੇ ਪਹਿਲੀ ਕਲਾਸ ਉਹਨਾਂ ਨੂੰ ਪੜ੍ਹਾਤੀ ਉਹਨਾਂ ਨੇ, ਅੱਗੋਂ ਸੈਕੰਡ ਕਲਾਸ 'ਚ ਜਾਣਾ ਜਾਂ ਉੱਥੇ ਰਹਿਣਾ ਉਹਨਾਂ ਨੂੰ ਮਨਜ਼ੂਰ ਹੈ। ਹੁਣ ਮੇਰੇ ਹਿਸਾਬ ਨਾਲ ਤਾਂ ਇਹ ਹੈ ਵੀ ਜਿੰਨੀ ਕੁ ਸਾਨੂੰ ਇਨਫੋਰਮੇਸ਼ਨ ਅਸੀਂ ਦੇਖਣਾ ਵੀ ਸਾਡੀ ਉਡਾਰੀ ਕਿੱਥੇ ਕੁ ਤੱਕ ਹੈ। ਵਾਹ। ਅਸੀਂ ਆਪਣੇ ਆਪ ਨੂੰ ਉੱਥੇ ਹੀ ਬਿਠਾਈ ਰੱਖਣਾ ਕਿ ਅਸੀਂ ਜੇ ਸਾਨੂੰ ਵੱਧ ਤੋਂ ਵੱਧ ਗਿਆਨ ਕੱਲਾ ਜਿਹੜਾ ਇੱਕ ਪ੍ਰਚਾਰਕ ਨੂੰ ਸੁਣੇ ਤੇ ਮੇਰੇ ਹਿਸਾਬ ਨਾਲ ਤਾਂ ਨਹੀਂ ਸਾਡੀ, ਮੇਰੇ ਮਨ ਦੀ ਤਾਂ ਨਹੀਂ ਸੈਟਿਸਫੈਕਸ਼ਨ ਹੁੰਦੀ। ਸਾਨੂੰ ਆਪ ਅੱਗੋਂ ਰਿਸਰਚ ਕਰਕੇ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਉੱਚਾ ਜਿੰਨੀ ਕੁ ਉਡਾਰੀ ਮਾਰ ਸਕਦੇ ਹੋ ਤੁਸੀਂ ਮਾਰ ਸਕਦਾ ਹੈ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੈਰੀ ਗੁੱਡ। ਭਾਈ ਸਾਹਿਬ ਦੀ ਐਗਜ਼ਾਮਪਲ ਮੈਨੂੰ ਤਾਂ ਇਹਨਾਂ ਦਾ ਮੈਂ ਬੜੇ ਧਿਆਨ ਨਾਲ ਸੁਣਦਾ ਹੁੰਦਾ ਜਦੋਂ ਸ਼ਬਦ ਵਿਚਾਰ ਕਰਦੇ ਨੇ। ਬੜੇ ਪੁਰਾਣੀ ਜਿਹੜੀ ਸ਼ਬਦ ਦੀ ਵਿਆਖਿਆ ਕੀਤੀ ਹੋਈ ਹੈ ਉਹਦੇ ਨਾਲੋਂ ਮੈਨੂੰ ਲੱਗਦਾ ਹੁੰਦਾ ਵੀ ਕਾਫੀ ਡੂੰਘਾਈ ਤੱਕ ਇਹ ਜਾ ਕੇ ਅੱਗੋਂ ਐਨਾਲਿਸਿਸ ਅਸੀਂ ਕਰ ਸਕਦੇ ਹਾਂ, ਕੰਪੈਰੀਜ਼ਨ ਅਸੀਂ ਕਰ ਸਕਦੇ ਹਾਂ। ਸਾਡੇ ਕੋਲ ਵੀ ਹੈਗੀ ਜਿਹੜੀਆਂ ਚੀਜ਼ਾਂ ਕਲੈਰੀਫਾਈ। ਹੁਣ ਕਲੈਰੀਫਾਈ ਮੈਂ ਤੁਹਾਡੇ ਕੋਲੋਂ ਇਹ ਸੀ, ਥੈਂਕ ਯੂ ਵੈਰੀ ਮੱਚ। ਇਹਦਾ ਜਿਹੜਾ ਮੈਂ ਇੰਨਾ ਕੁ ਇਹ 'ਚ ਐਡ ਕਰਨਾ ਚਾਹੁੰਦਾ ਸੀ, ਜਿਹੜਾ ਮੇਰੇ ਮਨ 'ਚ ਸਵਾਲ ਆ ਰਿਹਾ ਸੀ, ਤੁਸੀਂ ਗੱਲ ਕਰ ਰਹੇ ਸੀ ਵੀ ਇੱਕ ਤਾਂ ਜਿਵੇਂ ਵੀ ਅਸੀਂ ਜੋ ਕਰਦੇ ਹਾਂ ਉਹ ਫਲ ਮਿਲ ਜਾਂਦਾ ਹੈ, ਜੋ ਕਰਦੇ ਹਾਂ ਅਸੀਂ ਉਹਦਾ ਫਲ ਮਿਲ ਜਾਂਦਾ ਹੈ। ਪਰ ਗੁਰਬਾਣੀ 'ਚ ਮੈਂ ਜ਼ਿਆਦਾ ਗੁਰਬਾਣੀ ਨਹੀਂ ਪੜ੍ਹੀ, ਸੌਰੀ, ਤੁਸੀਂ ਤਾਂ ਬਹੁਤ ਵੱਡਾ ਐਨਾਲਿਸਿਸ ਕੀਤਾ ਹੈ। ਗੁਰਬਾਣੀ 'ਚ ਕਈ ਜਗ੍ਹਾ ਆਇਆ ਪੂਰਬਲੇ ਕਰਮ ਵੀ, ਇੱਕ ਤਾਂ ਜੇ ਉਹਨਾਂ ਬਾਰੇ ਤੁਸੀਂ ਥੋੜ੍ਹਾ ਜਿਹਾ ਐਕਸਪਲੇਨ ਕਰ ਸਕਦੇ ਹੋ ਜੀ ਵੀ ਕੀ ਹੈ। ਦੂਜਾ ਨਾਲ ਹੀ ਕਰਦੇ ਹਾਂ ਕਿ ਦੂਜਾ ਸੈਕਿੰਡ ਕੁਐਸਚਨ ਹਾਂਜੀ ਕਰੋ। ਦੂਜਾ ਸਵਾਲ ਇਹ ਸੀ ਵੀ ਜਿਸ ਤਰ੍ਹਾਂ ਤੁਸੀਂ ਭਾਂਡੇ ਦਾ ਦੱਸਿਆ ਸੀ ਨਾ ਵੀ ਭਾਂਡਾ ਜੇ ਓਪਨ ਰੱਖਾਂਗੇ, ਜੇ ਮੂਧਾ ਤਾਂ ਉਹਦੇ 'ਚ ਨਹੀਂ ਪੈਣਾ, ਸਾਰੀ ਅੰਮ੍ਰਿਤ ਵਰਖਾ ਹੋ ਰਹੀ ਹੈ। ਵੀ ਭਾਂਡਾ ਸਿੱਧਾ ਰੱਖਣਾ, ਹੁਣ ਤੁਸੀਂ ਇਹ ਥੋੜ੍ਹਾ ਜਿਹਾ ਸਮਝਾਓ ਵੀ ਇਨਸਾਨ ਦੇ ਜਾਂ ਜਿਵੇਂ ਫਰਜ਼ ਕਰ ਲਓ ਮੈਂ ਤੁਸੀਂ ਐਗਜ਼ਿਸਟ ਕਰਦੇ ਹੋ, ਸੰਗਤ ਬੈਠੀ ਹੈ, ਵੀ ਇਹ ਕਿੰਨਾ ਕੁ ਸਾਡੇ ਹੱਥ 'ਚ ਹੈ ਕਿ ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਸਿੱਧਾ ਰੱਖਿਆ ਜਾ ਸਕਦਾ ਹੈ। ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ ਪਲੀਜ਼ ਜੀ। ਪਹਿਲਾ ਕੁਐਸਚਨ ਸਾਡੀ ਪੁਸਤਕਾਂ ਤੁਹਾਨੂੰ ਮਿਲਣਗੀਆਂ, ਉਹਨਾਂ ਵਿੱਚ ਇੱਕ ਪੁਸਤਕ ਹੈ ਰੀਇਨਕਾਰਨੇਸ਼ਨ ਉੱਤੇ। ਗੁਰਬਾਣੀ ਮੁਤਾਬਕ ਆਵਾਗਮਨ ਕਿਹਨੂੰ ਕਹਿੰਦੇ ਨੇ? ਰੀਇਨਕਾਰਨੇਸ਼ਨ, ਪੁਨਰ ਜਨਮ। ਉਹਦਾ ਨਾਂ ਹੈ ਜੀਵਨ ਮੁਕਤ। ਉਹਦੇ 'ਚ ਐਸੇ ਸਾਰੇ ਟੌਪਿਕਸ ਨੇ, ਮੱਥੇ ਲਿਖੇ ਭਾਗ, ਅਗਲਾ ਪਿਛਲਾ ਜਨਮ, ਅੰਤਕਾਲ, ਸਰੀਰਕ ਮੌਤ ਜਾਂ ਆਤਮਕ ਮੌਤ, ਭੂਤ ਪ੍ਰੇਤ। ਉਹਦੇ ਵਿੱਚ ਇੱਕ ਟੌਪਿਕ ਵੀ ਹੈ ਪੂਰਬਲੇ ਕਰਮ। ਸੋ ਨਾਓ ਐਜ਼ ਪਰ ਆਵਰ ਨੌਲੇਜ ਅਕੋਰਡਿੰਗ ਟੂ ਨੋਸ਼ਨ ਜੋ ਅਸੀਂ ਸੁਣਿਆ ਹੋਇਆ, ਅਸੀਂ ਸਭ ਨੇ ਸੁਣਿਆ ਹੋਇਆ ਪਿਛਲੇ ਜਨਮ ਦੇ ਕਰਮਾਂ ਨੂੰ ਪੂਰਬਲੇ ਕਰਮ ਕਹਿੰਦੇ ਨੇ, ਰਾਈਟ? ਇਹ ਅਸੀਂ ਸਭ ਨੇ ਸੁਣਿਆ ਹੋਇਆ ਹੈ। ਲੇਕਿਨ ਐਜ਼ ਪਰ ਗੁਰਬਾਣੀ ਜੋ ਮੈਂ ਆਪਣੇ ਬਚਪਨ ਤੋਂ ਹੁਣ ਤੱਕ ਦਾ ਥਾਟ ਪ੍ਰੋਸੈਸ ਬਣਾਇਆ ਹੋਇਆ, ਇਹਨੂੰ ਪੂਰਬਲੇ ਕਰਮ ਕਹਿੰਦੇ ਨੇ। ਉਹਨੂੰ ਕਹਿੰਦੇ ਨੇ ਪੂਰਬ ਕਮਾਇਆ ਸੋ ਆਗਿਆ ਆਇਆ। ਉਹਨੂੰ ਕਹਿੰਦੇ ਨੇ ਦਿਨ ਰਾਤ ਕਮਾਇੜੋ ਸੋ ਆਇਓ ਮਾਥੈ। जैसा मैं बचपन तो सोचा है वैसा मैं
ਥਾਟ ਪ੍ਰੋਸੈਸ ਦਾ ਧਨ ਕਮਾਇਆ ਹੈ, ਉਹ ਵਾਲੇ ਐਕਸ਼ਨਸ ਕਮਾਏ ਨੇ, ਉਹ ਮੇਰੇ ਸਾਹਮਣੇ ਆ ਜਾਂਦੇ ਨੇ, ਵੈਸੇ ਹੀ ਮੈਂ ਕੰਮ ਕਰਦਾ। ਰਾਈਟ। ਸੋ ਐਜ਼ ਪਰ ਗੁਰਬਾਣੀ ਪੂਰਬਲੇ ਕਰਮ ਮੀਨਸ ਜੈਸਾ ਤੁਹਾਡਾ ਥਾਟ ਪ੍ਰੋਸੈਸ, ਜੈਸੇ ਤੁਸੀਂ ਕਰਮ ਕਮਾਏ। ਠੀਕ ਹੈ। ਇਹਦਾ ਐਗਜ਼ਾਮਪਲ ਮੈਂ ਇੱਕ ਬਣਾਇਆ ਸੀ। ਫਰਜ਼ ਕਰੋ 19th of January ਮੈਂ ਬਿਮਾਰ ਹੋਇਆ। 20th January ਨੂੰ ਆਈ ਥਾਟ ਕਿ ਮੈਨੂੰ ਹਰ ਹਾਲਤ ਵਿੱਚ ਡਾਕਟਰ ਕੋਲ ਜਾਣਾ ਚਾਹੀਦਾ ਹੈ। ਰਾਈਟ। ਦ ਮੂਮੈਂਟ ਆਈ ਥਾਟ ਕਿ ਮੈਂ ਬਿਮਾਰ ਹਾਂ, ਮੈਂ ਠੀਕ ਨਹੀਂ ਹੋ ਸਕਦਾ, ਮੈਨੂੰ ਡਾਕਟਰ ਕੋਲ ਦਵਾਈ ਲੈਣੀ ਹੈ, ਮੇਰਾ ਪੂਰਬਲਾ ਕਰਮ ਸ਼ੁਰੂ ਹੋ ਗਿਆ। ਅਤੇ ਜਦੋਂ ਮੈਂ 20th ਨੂੰ ਡਾਕਟਰ ਕੋਲ ਗਿਆ, ਮੈਂ ਆਪਣੀ ਸਾਰੀ ਬਿਮਾਰੀ ਸੁਣਾਈ, ਡਾਕਟਰ ਨੇ ਡਾਇਗਨੋਸ ਕੀਤਾ, ਮੈਨੂੰ ਦਵਾਈ ਦਿੱਤੀ, ਔਰ ਡਾਕਟਰ ਨੇ ਕਿਹਾ ਤੁਹਾਨੂੰ 3 ਦਿਨ ਇਹ ਦਵਾਈ ਇੰਝ ਖਾਣੀ ਹੈ। ਮੈਂ ਡਾਕਟਰ ਦੀ ਸਾਰੀ ਪ੍ਰੈਸਕ੍ਰਿਪਸ਼ਨ ਨੂੰ ਮੰਨਿਆ ਔਰ ਦਵਾਈ ਵੀ ਖਾਧੀ। 23rd ਨੂੰ ਮੈਂ ਠੀਕ ਹੋ ਗਿਆ। ਹੈ ਨਾ। ਇਹ ਹੈ ਪੂਰਬ ਕਮਾ ਕੇ ਪੂਰਬਲੇ ਕਰਮ ਕਮਾਏ। 20 ਤਰੀਕ ਤੋਂ 23 ਤਰੀਕ ਤੱਕ ਮੈਂ ਜਿਸ ਤਰ੍ਹਾਂ ਦੱਸਿਆ ਉਂਝ ਕੀਤਾ, 23 ਤਰੀਕ ਮੈਂ ਠੀਕ ਹੋ ਗਿਆ। ਮੇਰਾ ਉਹ ਪੂਰਬ ਕਮਾਇਆ, ਮੇਰੇ ਮੱਥੇ ਤੇ ਭਾਗ ਉਜਾਗਰ ਹੋ ਗਿਆ, ਮੀਨਸ ਮੇਰੀ ਬਿਮਾਰੀ ਠੀਕ ਹੋ ਗਈ। ਇਹਨੂੰ ਪੂਰਬਲੇ ਕਰਮ ਕਹਿੰਦੇ ਨੇ। ਰਾਈਟ। ਜੋ ਮੇਰੇ ਜੀਨਸ ਵਿੱਚ ਥਾਟ ਪ੍ਰੋਸੈਸ ਆਉਂਦਾ ਹੈ, ਇਹ ਵੀ ਮੇਰੇ ਪੂਰਬਲੇ ਕਰਮ ਦਾ ਅੰਗ ਹੈ। ਜੋ ਮੇਰੇ ਮਾਤਾ ਪਿਤਾ ਕੋਲੋਂ ਲੈ ਕੇ ਮੇਰੀ ਸਾਰੀ ਇਨਵਾਇਰਮੈਂਟ ਤੋਂ ਚਾਰੋਂ ਪਾਸੋਂ ਜੋ ਕੁਝ ਮੈਂ ਬੋਰੂ ਕਰਦਾ, ਇਹ ਮੇਰੇ ਪੂਰਬਲੇ ਕਰਮ ਦਾ ਇੱਕ ਪਾਰਟ ਹੈ। ਔਰ ਅਕੋਰਡਿੰਗ ਟੂ ਦੈਟ ਜਿਹੜੇ ਮੇਰੇ ਐਕਸ਼ਨਸ ਹੁੰਦੇ ਨੇ, ਦਿਸ ਆਲ ਇਜ਼ ਕਾਲਡ ਪੂਰਬਲੇ ਕਰਮ। ਜਦੋਂ ਇਸ ਪੱਖੋਂ ਅਸੀਂ ਗੁਰਬਾਣੀ ਦੇ ਅਰਥ ਸਮਝਾਂਗੇ, ਕਿਸੇ ਵੀ ਜਗ੍ਹਾ ਕੰਟਰਡਿਕਸ਼ਨ ਨਹੀਂ ਲੱਗੇਗੀ। ਪਰ ਮੈਂ ਇੱਕ ਐਗਜ਼ਾਮਪਲ ਬਣਾਵਾਂ। ਮੈਂ ਸੁਣਿਆ ਕਿ ਉਸ ਪਾਸੋਂ ਕਾਰਾਂ ਆ ਰਹੀਆਂ ਤੇ ਰੋਂਗ ਸਾਈਡ ਤੋਂ ਨਹੀਂ ਜਾਣਾ ਚਾਹੀਦਾ। ਮੈਂ ਲਾਇਸੈਂਸ ਬੁੱਕ ਵਿੱਚ ਪੜ੍ਹਿਆ ਔਰ ਮੈਂ ਪਬਲਿਕ ਪ੍ਰੈਕਟਿਸ ਵੀ ਦੇਖੀ, ਔਰ ਮੋਟਰ ਵਹੀਕਲ ਡਿਪਾਰਟਮੈਂਟ ਨੇ ਮੈਨੂੰ ਇਹ ਦੱਸਿਆ ਆਪੋਜ਼ਿਟ ਸਾਈਡ ਨਹੀਂ ਚਾਹੀਦਾ, ਟੱਕਰ ਹੋ ਜਾਂਦੀ ਹੈ। ਰਾਈਟ। ਔਰ ਮੈਂ ਆਪੋਜ਼ਿਟ ਕਾਰ ਚਲਾਈ, ਮੇਰੀ ਟੱਕਰ ਹੋ ਗਈ। ਤਾਂ ਇਹ ਮੈਂ ਕੀ ਕੀਤਾ, ਮੈਂ ਟੱਕਰ ਮਾਰੀ ਨਾ, ਜਾਂ ਦੂਜੇ ਦੇ ਕਾਰਨ ਹੋਈ, ਪਰ ਅਲਟੀਮੇਟਲੀ ਕਾਰਨ ਮੇਰੇ ਤੇ ਹੀ ਆਏਗਾ। ਉਹਨੂੰ ਕਹਿੰਦੇ ਨੇ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਕਿਸੇ ਨੂੰ ਬਲੇਮ ਲਗਾਉਣ ਦੀ ਲੋੜ ਨਹੀਂ ਹੈ, ਮੇਰੀ ਹੀ ਗਲਤੀ ਸੀ। ਅੱਛਾ, ਇਹ ਗੱਲ ਮੈਂ ਸਹੀ ਸਮਝਦਾ। ਮੈਂ ਕੱਲ੍ਹ ਹੀ ਇੰਡੀਆ ਤੋਂ ਆਇਆ ਸੀ ਵਾਪਸ। ਉੱਥੇ ਹੁਣ ਦੇਖਣ ਨੂੰ ਮਿਲਦਾ ਹੈ ਵੀ ਬਹੁਤ ਹੀ ਜਿਹੜੇ ਲੋਕ ਨੇ, ਅਸੀਂ ਤਾਂ ਬਹੁਤ ਫਾਰਚੂਨੇਟ ਆ ਜਿਨ੍ਹਾਂ ਕੋਲੇ ਵਾਹਿਗੁਰੂ ਨੇ ਕਿੰਨਾ ਹੀ ਕੁਛ ਦਿੱਤਾ। ਮੈਂ ਹੁਣ ਨੰਬਰ ਕੀ ਲਵਾਂ, 1 2 3, ਮਤਲਬ ਬਹੁਤ ਹੀ ਉੱਥੇ ਦੇਖਣ ਨੂੰ ਆਇਆ ਵੀ ਜਿਨ੍ਹਾਂ ਲੋਕਾਂ ਕੋਲੇ ਖਾਣ ਨੂੰ ਖਾਣਾ ਨਹੀਂ ਨਸੀਬ ਹੋ ਰਿਹਾ, ਕਿੰਨੇ ਹੀ ਲੋਕ ਸੜਕਾਂ ਦੇ ਆਲੇ ਦੁਆਲੇ ਵੀ ਉਹ ਰਾਤ ਕੋਈ ਕਿਤੇ ਪਿਆ ਕੋਈ ਕਿਤੇ ਪਿਆ। ਉਹਨੂੰ ਤੁਸੀਂ ਕੀ ਇਹ ਕਰਮਾਂ ਨਾਲ ਕੁਝ ਜੋੜਦੇ ਹੋ, ਜਾਂ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ, ਅਸੀਂ ਕੁਝ ਕਰ ਸਕਦੇ ਹਾਂ ਕਿ ਉਹ ਪ੍ਰਮਾਤਮਾ ਨੇ ਜਿਵੇਂ ਉਹਨਾਂ ਦਾ ਲਿਖਿਆ ਉਹ ਕਿਉਂ ਉਹ ਨੇ? ਤੁਹਾਡਾ ਕੀ ਨਾਂ ਹੈ? ਮੇਰਾ ਪਰਮਜੀਤ ਸਿੰਘ। ਪਰਮਜੀਤ ਸਿੰਘ ਜੀ, ਇਹਦੇ ਉੱਤੇ ਸਾਡੇ ਕਮ ਸੇ ਕਮ 5 ਸੈਮੀਨਾਰ ਕੀਤੇ ਨੇ ਸਾਰੇ ਕੁਐਸਚਨਸ 'ਤੇ। ਠੀਕ ਹੈ। ਔਰ ਬੁੱਕਸ ਦੇ ਅੰਦਰ ਇਹ ਸਾਰੇ ਕੁਐਸਚਨਸ ਜੋ ਮੈਨੂੰ 40 ਸਾਲਾਂ 'ਚ ਲੋਕਾਂ ਨੇ ਐਸੇ ਮੈਨੀ ਕੁਐਸਚਨਸ ਕੀਤੇ ਸੀ, ਉਹ ਕੁਐਸਚਨ ਪਹਿਲਾਂ ਲਿਖੇ ਗਏ ਨੇ, ਉਹਨਾਂ ਵਿੱਚ ਇੱਕ ਇਹ ਵੀ ਕੁਐਸਚਨ। ਠੀਕ ਹੈ। ਨਾ ਹੁਣ ਤੁਸੀਂ ਮੈਨੂੰ ਦੱਸੋ, ਕਹਿੰਦੇ ਨੇ ਪਿਛਲੇ ਜਨਮ ਦੇ ਕਰਮਾਂ ਕਰਕੇ, ਪਿਛਲੇ ਜਨਮ ਵਿੱਚ ਕਿਹੜਾ ਕਰਮ ਚੰਗਾ ਕੀਤਾ ਜੋ ਇੱਕ ਇਨਸਾਨ ਕੁੱਤਾ ਬਣ ਗਿਆ? ਕਿਹੜਾ ਉਸ ਇਨਸਾਨ ਨੇ ਭੈੜਾ ਕੰਮ ਕੀਤਾ ਜੋ ਕੁੱਤਾ ਬਣ ਗਿਆ? ਓਕੇ, ਮੈਂ ਇੱਕ ਐਗਜ਼ਾਮਪਲ ਬਣਾ ਰਿਹਾ। ਸੈਕਿੰਡ, ਕੁੱਤੇ ਨੇ ਕਿਹੜਾ ਚੰਗਾ ਕਰਮ ਕੀਤਾ ਜੋ ਇਨਸਾਨ ਬਣ ਗਿਆ? ਥਰਡ, ਕੁੱਤੇ ਨੇ ਕਿਹੜਾ ਐਸਾ ਚੰਗਾ ਕੰਮ ਕੀਤਾ ਉਹ ਇਨਸਾਨ ਬਣ ਗਿਆ ਪਰ ਫੁੱਟਪਾਥ ਤੇ ਰਹਿੰਦਾ ਹੈ? ਠੀਕ ਹੈ। ਰਾਈਟ। ਇਸ ਇਨਸਾਨ ਨੇ ਕਿਹੜਾ ਚੰਗਾ ਕਿਹੜਾ ਭੈੜਾ ਕੰਮ ਕੀਤਾ ਸੀ ਜਿਹਦੇ ਕਾਰਨ ਕੁੱਤਾ ਬਣ ਗਿਆ,
ਪਰ ਕਿਹੜਾ ਕੰਮ ਚੰਗਾ ਕੀਤਾ ਸੀ ਜੋ ਇਹਨੂੰ ਇੱਕ ਬਲਾਂਡ ਗੋਰੀ ਗੋਦੀ ਚੁੱਕ ਕੇ ਫਿਰਦੀ ਹੈ ਔਰ ਬੈੱਡ ਤੇ 에ਅਰ ਕੰਡੀਸ਼ਨ ਬੈੱਡ 'ਚ ਆਪਣੇ ਨਾਲ ਸੌਂਦੀ ਹੈ। ਕਦੀ ਅਸੀਂ ਇਹ ਸੋਚਿਆ? ਨਹੀਂ ਸੋਚਿਆ। ਇਹ ਸਭ ਇੱਕ ਹਵਾ 'ਚ ਤੀਰ ਮਾਰਨ ਵਾਲੀਆਂ ਗੱਲਾਂ ਨੇ कि ये कुत्ता इसलिए बन गया कि पिछले जन्म में इसने वो किया था, ये बन गया, ये वो बन गया। साध संगत जी, ਜਿਹੜੇ ਲੋਕਾਂ ਨੂੰ ਅਸੀਂ ਫੀਲ ਕਰਦੇ ਹਾਂ ਕਿ ਇਹ ਲੈਸ ਫੋਰਚੂਨੇਟ ਨੇ ਮੇਰੇ ਨਾਲੋਂ, ਇਹ ਫੁੱਟਪਾਥ 'ਤੇ ਨੇ, ਇਹ ਗਰੀਬ ਨੇ, ਇਹ ਝੁੱਗੀ 'ਚ ਰਹਿੰਦੇ ਨੇ, ਅਸੀਂ ਆਪਣੀ ਪੋਕਟ ਵੱਲ ਧਿਆਨ ਕਰਨਾ ਹੈ ਕਿ ਅਸੀਂ ਕਿਤਨਾ ਐਕਸਟਰਾਵੈਗੈਂਸੀ, ਕਿਤਨਾ ਲਵਿਸ਼ਲੀ ਖਰਚ ਕਰਦੇ ਹਾਂ, ਕਿਤਨਾ ਵੇਸਟੇਜ ਕਰਦੇ ਹਾਂ। ਜੇ ਅਸੀਂ ਵੰਡ ਛਕਣਾ ਦਾ ਟੌਪਿਕ ਸਿੱਖ ਲਈਏ, ਉਹ ਫੁੱਟਪਾਥ 'ਤੇ ਔਰ ਝੁੱਗੀਆਂ 'ਚ ਨਹੀਂ ਰਹਿਣਗੇ। ਇਹ ਰੱਬ ਜੀ ਨੇ ਆ ਕੇ ਫਿਕਸ ਅਪ ਨਹੀਂ ਕਰਨਾ। ਰੱਬ ਜੀ ਨੇ ਸਾਨੂੰ ਸੁਮਤ ਬਖਸ਼ੀ ਹੈ ਕਿ ਤੂੰ ਜੁਡੀਸ਼ੀਅਸਲੀ ਵੰਡ ਛਕਣਾ ਸਿੱਖ। ਵੰਡ ਛਕਣਾ ਇਜ਼ ਨੋਟ ਓਨਲੀ 4 ਕਿਸਮਾਂ ਦਾ ਜਾਂ 10 ਕਿਸਮਾਂ ਦਾ ਡਿਸ਼ਿਸ ਬਣਾ ਕੇ ਲੰਗਰ ਖਾਣਾ। ਇਹ ਹੁਣ ਤੁਸੀਂ ਹੈਰਾਨ ਰਹਿ ਜਾਓਗੇ ਕਿ ਕਸ਼ਮੀਰ ਅੰਦਰ ਜੋ ਕੁਝ ਹੋਇਆ, ਜਿਤਨਿਆਂ ਦੀ ਅਸੀਂ ਵੀਡੀਓ ਸ਼ੂਟ ਕਰਕੇ ਲਿਆਇਆ, ਤੁਸੀਂ ਸਾਡੀ ਵੈਬਸਾਈਟ 'ਤੇ ਦੇਖਣਾ ਉਹ ਵੀਡੀਓ, ਉਹ ਸਾਰੇ ਰੱਜੇ ਪੁੱਜੇ ਘਰਾਂ ਵਾਲੇ ਨੇ ਔਰ ਉਹ ਅੱਜ ਇਸ ਸਿਚੁਏਸ਼ਨ 'ਤੇ ਖੜੇ ਨੇ ਕਿ ਜਦੋਂ ਗੁਰਦੁਆਰੇ ਲਾਈਨ ਲਗਾ ਕੇ ਉਹਨਾਂ ਨੂੰ ਚਾਵਲ ਦਿੱਤੇ ਜਾਂਦੇ ਨੇ, ਉਹਦੇ ਘਰ ਦੀ ਨੀਡ 10 ਮੁੱਠੀ ਚਾਵਲ ਹੈ, ਉਹਨੂੰ 2 ਮੁੱਠੀ ਚਾਵਲ ਦਿੱਤੇ ਜਾਂਦੇ ਨੇ। ਹੀ ਇਜ਼ ਲੈਸ ਫੋਰਚੂਨੇਟ? ਨੋ। ਸਾਨੂੰ ਇਹ ਸਾਰੀਆਂ ਗੱਲਾਂ ਨੋਟ ਕਰਨੀਆਂ ਕਿ ਜਿਸ ਨੂੰ ਅਸੀਂ ਗਰੀਬ ਸਮਝਦੇ ਹਾਂ, ਜੇ ਅਸੀਂ ਸਮਝਦੇ ਹਾਂ ਕਿ ਮੈਂ ਚੌਕ 'ਤੇ ਖੜਾ, ਮੇਰੀ ਕਾਰ, ਮੈਂ 에ਅਰ ਕੰਡੀਸ਼ਨ ਵਿੱਚ ਬੈਠਾ ਹੋ ਰਿਹਾ, ਬਾਹਰ ਨੰਗੇ ਪੈਰ ਇੱਕ ਭਿਖਾਰੀ ਜਾਂ ਇੱਕ ਬੱਚਾ ਕੜਕਦੀ ਧੁੱਪ 'ਚ ਭੀਖ ਮੰਗ ਰਿਹਾ, ਜੇ ਮੈਨੂੰ ਉਹਦੇ 'ਤੇ ਤਰਸ ਆਉਂਦਾ ਹੈ ਨਾ, ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ? ਉਹਨੂੰ ਪੜ੍ਹਾ ਦੇਣਾ ਚਾਹੀਦਾ ਹੈ। ਉਹ ਨੰਗੇ ਪੈਰ ਖੜਾ, ਉਹਨੂੰ ਜੁੱਤੀ ਲੈ ਦੇਣੀ ਚਾਹੀਦੀ ਹੈ। ਉਹ ਝੁੱਗੀ 'ਚ ਹੈ, ਉਹਨੂੰ ਪੜ੍ਹਾਈ ਕਰਾ ਕੇ ਕਮਾਉਣਾ ਸਿਖਾ ਦੇਣਾ ਚਾਹੀਦਾ ਹੈ। ਟੀਚ ਹਿਮ ਹਾਊ ਟੂ ਕੈਚ ਦਾ ਫਿਸ਼। ਇਹ ਸਾਡੇ ਮਨੁੱਖਾਂ ਦਾ ਕੰਮ ਹੈ। ਇਹਦੇ ਵਾਸਤੇ ਸਤਿਗੁਰ ਪਾਤਸ਼ਾਹ ਸਾਨੂੰ ਕਹਿੰਦੇ ਨੇ, ਅਕਲੀ ਸਾਹਿਬ ਸੇਵੀਆ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੇ ਦਾਨ। दान करना कितने सोना लगाना नहीं है, दान करना कितने संगमरमर लगाना नहीं है, दान करना कितने फुल हार चढ़ाना नहीं है। दान अकल दे नाल करना ताकि मैं आप संतोखी हो जावां, यह सब तो बड़ा दान है। जदों मैं संतोखी हो जाऊंगा तो मैं दूसरिਆਂ नाल अपना सुख आराम शेयर करांगा, अपनी नींदर अते भुख भी शेयर करांगा, अपना तन का कपड़ा ही नहीं, अपने घर के सुख आराम वार दियांगा उन्हां ते, जिस तरह गुरु पातशाह ने सानू सिखाया हाउ टू लिव फॉर अदर्स। यह पूर्वले कर्म असी कमाने ने ते लैस फॉर्चूनेट नू फॉर्चूनेट कराना है। वो क्यों हो गया? क्योंकि साडे समाज दी एक काणी वंड है। अमीर अमीर होई जा रहा, गरीब गरीब होई जा रहा, एक काणी वंड है। ਅਸੀਂ ਸਮਝਦੇ ਹਾਂ ਅਮੀਰ ਗਰੀਬ ਰੱਬ ਜੀ ਨੇ ਬਣਾਏ ਨੇ। ਨੋ, ਇਹ ਇਨਸਾਨਾਂ ਦੀ ਇੱਥੇ ਕਾਣੀ ਵੰਡ ਦੀ ਖੇਡ ਹੈ। ਰੱਬ ਜੀ ਕਿਸੇ ਨੂੰ ਬਾਲਕ ਬਿਰਧ ਨਾ ਜਾਣੀਏ, ਨੇਚਲ ਤਿਸ ਦਰਬਾਰ। ਰੱਬ ਜੀ ਦੀ ਨਜ਼ਰ ਵਿੱਚ ਕੁਦਰਤ ਕੇ ਸਭ ਬੰਦੇ ਨੇ। ਰੱਬ ਜੀ ਦੀ ਨਜ਼ਰ ਵਿੱਚ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਨੇ। ਰੱਬ ਦੀ ਨਜ਼ਰ ਵਿੱਚ ਇੱਕ ਪਿਤਾ ਇੱਕ ਇਸਕੇ ਮੁਬਾਰਕ ਨੇ। ਰੱਬ ਜੀ ਕਿਸੇ ਨੂੰ ਅਮੀਰ ਗਰੀਬ ਨਹੀਂ ਬਣਾਉਂਦੇ ਨੇ। ਰੱਬ ਜੀ ਦੀ ਨਜ਼ਰ ਵਿੱਚ ਵੀ ਆਲ ਆਰ ਚਿਲਡਰਨ ਆਫ ਗੋਡ ਹੈ। ਇਫ ਵੀ ਆਲ ਆਰ ਚਿਲਡਰਨ ਆਫ ਗੋਡ, ਔਰ ਮੇਰਾ ਇੱਕ ਭਰਾ, ਭਾਵੇਂ ਉਹਦਾ ਮੇਰੇ ਨਾਲ ਬਲੱਡ ਰਿਲੇਸ਼ਨ ਬਿਲਕੁਲ ਵੀ ਨਹੀਂ ਹੈ, ਪਰ ਉਹ ਲੈਸ ਫੋਰਚੂਨੇਟ ਹੈ, मैं उन्होंने कहा तेरे माँ प्यो मेरे माँ प्यो ने। मैं उन्होंने कहा मैं तेरा मकान नहीं है, मैं तेरा मकान बनवा देता हाँ। मैं उन्होंने कहा तेरी माँ बीमार है, तेरी माँ को डॉक्टर को मैं लै जाता। यह प्रैक्टिस असी करते ही नहीं, क्योंकि असी समझते हाँ मैं अमीर इस करके हाँ, मेरे पिछले जन्म के मत्थे भागा करके, ए गरीब इस करके है अपने मत्थे लिखे भागा करके। गुरमत नहीं मनती। थैंक यू परमजीत जी। सैकेंड क्वेश्चन याद कराओ। कह रहे सी कि अमृत वर्खा हो रही है, वो कंटीन्यूसली हो रही है। राइट। भी जी ने भांडा सीधा कर लिया, ਉਹਦੇ 'ਚ ਪੈ ਜਾਣਾ, ਜਿਹਦਾ ਪੁੱਠਾ ਰਹਿ ਗਿਆ ਵੀ ਉਹ ਜਿਹੜਾ ਭਾਂਡਾ ਸਿੱਧਾ ਰੱਖਣ ਦੀ ਕੈਪੇਬਿਲਿਟੀ ਹੈ
ਉਹ ਇੱਕ ਇੰਡੀਵਿਜੂਅਲ ਚੋਂ ਮੇਰੇ 'ਚ ਹੈ ਕਿ ਉਹ ਵੀ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਹੀ ਤੁਹਾਨੂੰ ਮਿਲਦੀ ਹੈ, ਉਹਨੂੰ ਐਕਸਪਲੇਨ ਕਰੋ ਥੋੜਾ। ਦੇਖੋ ਬਖਸ਼ਿਸ਼ ਅਸੀਂ ਪਹਿਲਾਂ ਡਿਸਾਈਡ ਕਰ ਲਈਏ, ਫੋਰ ਐਗਜ਼ਾਮਪਲ ਬਾਹਰੋਂ ਸੂਰਜ ਦੀ ਜਿਹੜੀ ਲਾਈਟ ਆ ਰਹੀ ਹੈ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਨਾ। ਹੁਣ ਇਸ ਤੋਂ ਅੱਗੇ ਤਾਂ ਫਿਰ ਮੈਨੂੰ ਲੈਣੀ ਹੈ ਬਖਸ਼ਿਸ਼, ਰਾਈਟ। ਜੇ ਮੈਂ ਆਪਣੇ ਸਾਰੇ ਸ਼ੀਸ਼ੇ ਕਾਲੇ ਕਰ ਦਿਆਂ, ਵਿੰਡੋਜ਼ ਬੰਦ ਕਰ ਦਿਆਂ, ਚਾਰੋਂ ਪਾਸੋਂ ਸਾਰੀ ਦੀਵਾਰਾਂ ਬੰਦ ਕਰ ਦਿਆਂ, ਤਾਂ ਬਖਸ਼ਿਸ਼ ਤੇ ਆ ਰਹੀ ਹੈ, ਬਟ ਹੂ ਸਟਾਪਡ ਮੀ ਔਰ ਬਖਸ਼ਿਸ਼ ਇਟਸੈਲਫ, ਮੈਂ ਰੋਕਿਆ ਨਾ। ਇਫ आई एम इंटरेस्टेड तो मैं अपने विंडोज़ और दरवाजे खोलांगा, बख्शिश अंदर आ जाएगी। सो पहले मैं डिसाइड कर लवां बख्शिश आ रही है या मैं खोलांगा इनू बख्शिश कहंदे ने। आई वॉन्ट टू रिसीव द बख्शिश, इफ आई वॉन्ट टू रिसीव द बख्शिश तो मैनू मेरा भांडा सीधा करना पेगा। बख्शिश इज विजडम। विजडम नू मैं जे बूहे बारियां बंद रखा, कुछ सुना ही ना, कुछ देखा ही ना, कुछ मन्ना ही ना, ओपन माइंड होवा ही ना, क्लोज्ड माइंड ही रवा, तब बख्शिश बाहर खड़ी रहेगी सूरज वांगू। भावें सूरज के अंदर कितनी भारी ताकत है, पूरी दुनिया चलती है सूरज के नाल, इतना ताकतवर सूरज बाहर खड़ा रहता है क्योंकि मैं एक अनजान, एक कमज़ोर जिहा आदमी अपने बूहे बारियां बंद रखना। ठीक है ना। सो हर इंसान कोल कैपेसिटी है कि वो अपने बूहे बारियां खोले एंड लेट द बख्शिश कम इन। So it means you can, provided you are making an effort to do so. Is that right? Say again. It means you can, provided you do the efforts. My question is, the efforts have got the potential to make the efforts, or the potential also comes through. Potential इंसान कोल है। बस यही मेरा क्वेश्चन ਸੀ ਵੀ ਆਪਾਂ ਨੂੰ ਆਪ ਕਰਨਾ ਚਾਹੀਦਾ ਹੈ ਕਿ ਉਹ ਵੀ ਤੁਹਾਡੇ ਤੇ ਡਿਫਰ ਕਰਦਾ ਹੈ ਕਿ ਤੁਹਾਡੇ ਤੇ ਪਰਮਾਤਮਾ ਦੀ ਬਖਸ਼ਿਸ਼ ਹੈ ਤੇ ਯੂ ਆਰ ਗੈਟਿੰਗ ਮੋਰ ਆਫ ਇਟ। ਜੇ ਅਸੀਂ ਕਹਿ ਦਈਏ ਨਾ ਕਿਸੇ ਕੋਲ ਹੈ ਕਿਸੇ ਕੋਲ ਨਹੀਂ, ਤਾਂ ਉਹਦੇ ਨਾਲ ਫਿਰ ਕੁਝ ਖਾਸ ਬੰਦਿਆਂ ਤੇ ਬਖਸ਼ਿਸ਼ ਕਾਊਂਟ ਹੁੰਦੀ ਹੈ। ਉਹਨਾਂ ਦਾ ਚੋਲਾ ਹੁੰਦਾ ਵੱਖਰਾ, ਉਹ ਬਾਬੇ ਹੁੰਦੇ ਨੇ, ਉਹ ਸੰਤ ਹੁੰਦੇ ਨੇ, ਉਹ ਬ੍ਰਹਮ ਗਿਆਨੀ ਹੁੰਦੇ ਨੇ, ਉਹ ਬ੍ਰਹਮਚਾਰੀ ਹੁੰਦੇ ਨੇ। ਫਿਰ ਉੱਥੋਂ ਹੀ ਉਹ ਵਾਲੀ ਗੇਮ ਸ਼ੁਰੂ ਹੁੰਦੀ ਹੈ। ਠੀਕ ਹੈ। ਪਰ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇ ਬਿਖਮ ਮਾਰਗ ਚੱਲਣਾ, ਬਿਖਮ ਮਾਰਗ ਉੱਤੇ ਟੁਰਨਾ ਹੈ ਨਾ। ਕੀ ਹੈ ਬਿਖਮ ਮਾਰਗ? ਕੀ ਹੈ? लभ लोभ अहंकार ताज हर कोई छोड़ सकता है। मैं लालच छड्डा, मैं अहंकार छड्डा, मैं तुहानू अपना भरा समझ ला, मैं अपने आप नू जट तुहानू पापा ना समझा, मैं अपना उच्ची जात तुहानू नीवी जात वाला ना समझा, ऐ तां मेरे वास है ना, है ना। क्या मैं कहा रब करा लेगा, तो रब ते कह रहा बाणी अंदर के जात पात ना मन्या कर, पर मैं बनी जा रहा। सो लभ लोभ अहंकार ताज तृष्णा बहुत नहीं बोलना, ਇਹਨੂੰ ਕਹਿੰਦੇ ਨੇ ਖੰਨਿਓ ਤਿੱਖੀ ਵਾਲੋਂ ਨੇ ਕੀ ਮਾਰਗ ਜਾਣਾ। ਕਹਿ ਨਾਨਕ ਭਗਤਾਂ की चाल निराली, ये भगतां की चाल निराली है। भगतां की चाल निराली कोई भी जी सकता है। लभ लोभ अहंकार तो छोड़ दे, पर कोई ओ ये तो बहुत मुश्किल है जी, ये बड़ा ही मुश्किल है, तो फिर मुश्किल तो मुश्किल बनाई जाइए, तो फिर कुछ ही चुनिंदा सिलैक्टेड रह जाएंगे जेड़े धर्म से चलणगे, बाकियां वास्ते रहा ही नहीं। क्योंकि शराबिया कहेगा बख्शिश होएगी तो छुड़ा लेगा, है ना। रेपिस्ट कहेगा बख्शिश होएगी तो मनु रोक लेगा, है ना। ठीक है। पर उन्होंने समझाया जा रहा है देख, पर बेटी को बेटी जाने पर स्त्री को मात खाना। द मोमेंट वो रिसीव करता इस मैसेज नू, अपने भांडे विच पांदा है, तो उहदा भैड़ा ख्याल हट जाता है ना। करेक्ट। बख्शिश हो गई, है ना। बैड एक्शन नहीं होया। ठीक है। थैंक यू पर बहुत मेहरबानी, थैंक यू वेरी मच, वेल एक्सप्लेन्ड। थैंक यू वेरी मच।